ਹਾਂਜੀ ਗੁਰੂ ਪਿਆਰ ਵਾਲਿਓ, ਜਿਵੇਂ ਆਪ ਜੀ ਜਾਣਦੇ ਹੋ, ਆਪਣਾ ਇਹ ਖਾਸ ਪ੍ਰੋਗਰਾਮ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੀ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ, ਜਿਸ ਵਿੱਚ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੋ ਸਾਨੂੰ ਪ੍ਰਾਪਤ ਹੁੰਦੀ ਹੈ ਉਸ ਦੀ ਵਿਚਾਰ ਕਰਦੇ ਆ ਰਹੇ ਹਾਂ। ਪਹਿਲੇ 4 ਸ਼ਬਦ ਆਪ ਜੀ ਨੇ ਸਰਵਣ ਕੀਤੇ ਨੇ। ਇਸ ਹਿੱਸੇ ਵਿੱਚ ਆਪਾਂ 5ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਕੋਸ਼ਿਸ਼ ਕਰਾਂਗੇ ਆਪਾਂ 1 ਜਾਂ 2 ਸ਼ਬਦ ਜਿੰਨੇ ਹੋ ਪਾਇਆ ਸਮੇਂ ਵਿੱਚ ਰਹਿੰਦੇ ਆਪਾਂ ਉਹ ਸਾਂਝੇ ਕਰਾਂਗੇ। ਤੇ ਜਿਹੜੀ ਵਿਚਾਰਧਾਰਾ ਆਪਾਂ ਲੈ ਕੇ ਚੱਲੇ ਹੋਏ ਹਾਂ ਉਹ ਪਹਿਲੇ ਹਿੱਸੇ ਵਿੱਚੋਂ ਜਾ ਕੇ ਆਪ ਜੀ ਇਸ ਲੜੀ ਦੇ ਪਹਿਲੇ ਹਿੱਸੇ ਵਿੱਚੋਂ ਜਾ ਕੇ ਸਰਵਣ ਕਰ ਸਕਦੇ ਹੋ। ਸੋ ਤੁਸੀਂ ਦੇਖ ਰਹੇ ਹੋ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਤੇ ਮੈਂ ਜਸਵਿੰਦਰ ਸਿੰਘ। ਆਓ ਫਤਿਹ ਦੀ ਸਾਂਝ ਪਾ ਕੇ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5ਵਾਂ ਸ਼ਬਦ ਹੈਗਾ ਗੌੜੀ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ। ਗੌੜੀ ਮਹਲਾ ਨਾਵਾਂ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹਿ ਗਵਾਵੋ ਰਹਾਓ। ਪਤਿਤ ਪੁਨੀਤ ਦੀਨ ਬੰਧ ਹਰ, ਸ਼ਰਨ ਤਾਹਿ ਤੁਮ ਆਵੋ। ਗਜ ਕੋ ਤਰਾਸ ਮਿਟਿਓ ਜਿਹ ਸਿਮਰਤ, ਤੁਮ ਕਾਹੇ ਬਿਸਰਾਵੋ। ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਕਹਿਤ ਨਾਨਕ ਕਹਿਤ ਮੁਕਤ ਪੰਥ ਇਹ, ਗੁਰਮੁਖ ਹੋਏ ਤੁਮ ਪਾਵੋ। ਸੋ ਇਹ 5ਵਾਂ ਸ਼ਬਦ ਹੈਗਾ। ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਪਾਠ ਭਾਵੇਂ ਜੇਕਰ ਆਪ ਜੀ ਸਾਰਾ ਸੁਣਨਾ ਚਾਹੁੰਦੇ ਹੋ, ਸ਼ਲੋਕਾਂ ਦਾ ਪਾਠ ਵੀ ਅਸੀਂ ਪਹਿਲਾਂ YouTube ਤੇ ਪਾ ਚੁੱਕੇ ਹੋਏ ਹਾਂ, ਤੁਸੀਂ ਉਹ ਵੀ ਸੁਣ ਸਕਦੇ ਹੋ ਜਾ ਕੇ। ਨਵੇਂ ਪਾਤਸ਼ਾਹ ਦੇ ਸ਼ਲੋਕ ਤੇ ਸ਼ਬਦ ਜਿਹੜੇ ਆ ਹੈਗੇ ਨੇ, ਇਹਨਾਂ ਦਾ ਪਾਠ ਵੀ ਪਹਿਲਾਂ ਅਸੀਂ YouTube ਤੇ ਇਸੇ ਚੈਨਲ ਤੇ ਪਾ ਚੁੱਕੇ ਹੋਏ ਹਾਂ। ਉੱਥੇ ਜਾ ਕੇ ਜੇ ਬਾਣੀ ਦਾ ਪਾਠ ਸੁਣਨ ਦੀ ਆਪ ਜੀ ਦੀ ਇੱਛਾ ਹੈਗੀ ਤਾਂ ਸਾਰੇ ਦਾ ਸਾਰਾ ਪਾਠ ਇੱਕੋ ਹੀ ਥਾਂ ਦੇ ਉੱਪਰ ਜਾ ਕੇ ਤੁਸੀਂ ਸਾਰੇ ਸ਼ਬਦਾਂ ਦਾ ਲੈਅ ਵਿੱਚ ਸੁਣ ਸਕਦੇ ਹੋ। ਇੱਥੇ ਅਸੀਂ ਵਾਰਤਕ ਰੂਪ ਦੇ ਵਿੱਚ ਸ਼ਬਦਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਆਪਾਂ ਉਹਨਾਂ ਨੂੰ ਸਮਝ ਸਕੀਏ। ਵਿਸ਼ਰਾਮਾਂ ਦੀ ਗੱਲ ਕਰੀਏ, ਸਾਧੋ ਗੋਬਿੰਦ ਕੇ ਗੁਣ ਗਾਵੋ। ਸਾਧੋ ਸ਼ਬਦ ਉੱਪਰ ਵਿਸ਼ਰਾਮ ਲੱਗੇਗਾ, ਸੰਬੋਧਨੀ ਹੈ। ਮਾਨਸ ਜਨਮ ਅਮੋਲਕ ਪਾਇਓ, ਇੱਥੇ ਵਿਸ਼ਰਾਮ ਲੱਗੇਗਾ। ਬਿਰਥਾ ਕਾਹਿ ਗਵਾਵੋ, ਬਿਰਥਾ ਕਾਹਿ ਗਵਾਵੋ ਇੱਦਾਂ ਪੜ੍ਹਨਾ ਆ। ਪਤਿਤ ਪੁਨੀਤ ਦੀਨ ਬੰਧ ਹਰ, ਇੱਥੇ ਵਿਸ਼ਰਾਮ ਲੱਗੇਗਾ। ਸ਼ਰਨ ਤਾਹਿ ਤੁਮ ਆਵੋ। ਗਜ ਕੋ ਤਰਾਸ ਮਿਟਿਓ ਜਿਹ ਸਿਮਰਤ, ਇੱਥੇ ਵਿਸ਼ਰਾਮ ਆਏਗਾ। ਤੁਮ ਕਾਹੇ ਬਿਸਰਾਵੋ। ਤਜ ਅਭਿਮਾਨ ਮੋਹ ਮਾਇਆ ਫੁਨ, ਤਜ ਅਭਿਮਾਨ, ਅਭਿਮਾਨ ਤੇ ਜੰਬਕੀ ਅਰਧ ਵਿਸ਼ਰਾਮ। ਮੋਹ ਮਾਇਆ ਫੁਨ, ਇੱਥੇ ਵਿਸ਼ਰਾਮ। ਭਜਨ ਰਾਮ ਚਿਤ ਲਾਵੋ, ਨਾਨਕ ਕਹਿਤ ਮੁਕਤ ਪੰਥ ਇਹ। ਨਾਨਕ ਕਹਿਤ ਵਿਸ਼ਰਾਮ, ਮੁਕਤ ਪੰਥ ਇਹ, ਇੱਥੇ ਵਿਸ਼ਰਾਮ। ਇਹਨੂੰ ਇਹੋ ਨਹੀਂ ਪੜ੍ਹਨਾ, ਪਹਿਲਾਂ ਆਪਾਂ ਸਮਝਿਆ, ਇਹਨੂੰ ਇਹ ਪੜ੍ਹਨਾ ਹੈ। ਗੁਰਮੁਖ ਹੋਏ ਤੁਮ ਪਾਵੋ, ਇਉਂ ਪਾਠ ਆਪ ਜੀ ਨੇ ਕਰਨਾ ਹੈ। ਸੋ ਇਹ ਤਾਂ ਸੀ ਉਚਾਰਨ ਅਤੇ ਵਿਸ਼ਰਾਮਾਂ ਦੇ ਸੰਬੰਧ ਵਿੱਚ ਕੁਝ ਬੇਨਤੀਆਂ। ਆਓ ਹੁਣ ਆਪਾਂ ਇਸ ਦੀ ਵਿਚਾਰ ਨਾਲ ਜੁੜਦੇ ਹਾਂ। ਸਾਧੋ ਗੋਬਿੰਦ ਕੇ ਗੁਣ ਗਾਵੋ। ਮਹਾਰਾਜ ਕਹਿੰਦੇ ਤੁਸੀਂ ਆਪਣੀ ਜ਼ਿੰਦਗੀ 'ਚ ਧਰਮ ਕਰਮ ਬੜਾ ਕਰਦੇ ਹੋ, ਤੇ ਧਰਮ ਕਰਮ ਨੂੰ ਲੈ ਕੇ ਧਾਰਮਿਕ ਮਨੁੱਖ ਨੇ ਜਿਹੜੇ ਖਾਸ ਤੌਰ ਤੇ ਭਾਰਤੀ ਖਿੱਤੇ ਦੇ ਲੋਕ, ਇਹ ਕਾਫੀ ਜ਼ਿਆਦਾ ਵਿਸ਼ਵਾਸੀ ਨੇ। ਧਰਮ ਕਰਮਾਂ ਵਿੱਚ ਆਪਣਾ ਵਿਸ਼ਵਾਸ ਬਹੁਤ ਜ਼ਿਆਦਾ ਆ। ਤੇ ਕਈ ਕਰਮ ਐਸੇ ਨੇ ਜਿਹੜੇ ਧਰਮ ਦੇ ਨਾਮ ਉੱਪਰ ਪ੍ਰਚਲਿਤ ਕਰ ਦਿੱਤੇ ਜਾਂਦੇ ਆ, ਜਿਨ੍ਹਾਂ ਦਾ ਧਰਮ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੋਇਆ ਕਰਦਾ, ਭਾਵੇਂ ਉਹ ਧਰਮ ਦਾ ਉਹਨਾਂ ਨੂੰ ਲਿਬਾਸ ਦੇ ਕੇ ਉਹ ਸਾਡੇ ਵਿੱਚ ਪ੍ਰਚਲਿਤ ਕੀਤੇ ਜਾਂਦੇ ਹਨ। ਸੋ ਉੱਥੇ ਗੁਰੂ ਸਾਹਿਬ ਜੀ ਕਹਿਣ ਲੱਗੇ ਧਰਮ ਦਾ ਸਭ ਤੋਂ ਸਿਰਮੌਰ ਕਰਮ ਕੀ ਹੈ। ਗੁਰਬਾਣੀ ਨੇ ਇੱਕੋ ਹੀ ਕਰਮ ਨੂੰ ਸਿਰਮੌਰ ਮੰਨਿਆ ਹੈ। ਗੁਰਬਾਣੀ ਕਹਿੰਦੀ ਹੈ, ਕਰਮ ਧਰਮ ਪਾਖੰਡ ਜੋ ਦੀਸੈ, ਤੈਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸੋ ਇਹ ਕਰਮ ਗੁਰਬਾਣੀ ਨੇ ਪ੍ਰਧਾਨ ਦੱਸਿਆ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸੋ ਇਹ ਸਮਝਾਇਆ ਹੈ ਗੁਰੂ ਸਾਹਿਬ ਜੀ ਦੀ ਬਾਣੀ ਨੇ। ਤੇ ਇਹਦਾ ਭਾਵ ਅਰਥ ਕੀ ਹੈ? ਸਾਧੋ ਗੋਬਿੰਦ ਕੇ ਗੁਣ ਗਾਵੋ। ਹੇ ਭਾਈ, ਆ ਬਾਕੀ ਸਾਰੇ ਆਡੰਬਰ ਛੱਡ ਦਿਓ, ਤੁਸੀਂ ਕਰਮਕਾਂਡ ਛੱਡ ਦਿਓ, ਤੁਸੀਂ ਵੱਖ-ਵੱਖ ਥਾਵਾਂ ਦੇ ਉੱਪਰ ਜੋ ਧਰਮ ਦੇ ਨਾਂ ਦੇ ਉੱਪਰ ਤੁਸੀਂ ਜਾਂਦੇ ਸੀ ਉਹਦਾ ਵੀ ਤਿਆਗ ਕਰ ਦਿਓ। ਜੋ ਵੱਖ-ਵੱਖ ਉਚੇਚੀਆਂ ਥਾਵਾਂ ਤੇ ਜਾ ਕੇ ਇਸ਼ਨਾਨ ਕਰਕੇ ਪੁੰਨ ਫਲ ਆਦਿਕ ਦੀ ਇੱਛਾ ਆਪਣੇ ਮਨ ਵਿੱਚ ਰੱਖੀ ਹੋਈ ਸੀ, ਉਹਦਾ ਵੀ ਅਰਥ ਕੋਈ ਨਹੀਂ ਆ। ਸਭ ਤੋਂ ਸਿਰਮੌਰ ਧਰਮ ਦਾ ਕਰਮ ਕੀ ਹੈ? ਉਹ ਹੈ ਗੋਬਿੰਦ ਕੇ ਗੁਣ ਗਾਵੋ। ਗੁਰੂ ਸਾਹਿਬ ਕਹਿੰਦੇ ਪਰਮੇਸ਼ਰ ਦੇ ਗੁਣ ਗਾਉਣੇ ਇਹ ਸਭ ਤੋਂ ਸਿਰਮੌਰ ਕਰਮ ਆ। ਪਰਮੇਸ਼ਰ ਦੇ ਗੁਣ ਕਿਸ ਵੇਲੇ ਗਾਉਣੇ ਆ, ਕਿਸ ਥਾਂ ਤੇ ਗਾਉਣੇ ਆ, ਕਿਵੇਂ ਗਾਉਣੇ ਆ,
ਇਹ ਇਸ ਮਸਲੇ 'ਚ ਗੁਰੂ ਸਾਹਿਬ ਨਹੀਂ ਪਏ। ਮਹਾਰਾਜ ਕਹਿੰਦੇ ਥਾਂ ਤੁਸੀਂ ਵੇਖੋ ਤੁਹਾਡਾ ਘਰ, ਤੁਸੀਂ ਉੱਥੇ ਬੈਠੇ ਹੋ ਗੁਣ ਗਾਓ, ਤੁਸੀਂ ਆਪਣਾ ਕੰਮਕਾਰ ਕਰ ਰਹੇ ਹੋ ਗੁਣ ਗਾਓ, ਤੁਸੀਂ ਤੁਰੇ ਜਾ ਰਹੇ ਹੋ ਗੁਣ ਗਾਓ। ਉਠਤ ਬੈਠਤ ਸੋਬਤ ਧਿਆਈਐ, ਉੱਠਦੇ ਅਸੀਂ ਘਰੋਂ ਹੁੰਨੇ ਆ, ਸੌਂਦੇ ਅਸੀਂ ਘਰੇ ਹੁੰਨੇ ਆ, ਹੈ ਨਾ। ਬੈਠਦੇ ਅਸੀਂ ਆਪਣੇ ਦਫ਼ਤਰ ਆਪਣੇ ਕੰਮਕਾਰ 'ਚ ਜਾ ਕੇ ਜਿੱਥੇ ਵੀ ਜਾਂਦੇ ਆ। ਸੋਬਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ, ਰਸਤੇ ਉੱਪਰ ਚੱਲਦੇ ਹਾਂ ਅਸੀਂ ਜਿੱਥੇ ਵੀ ਜਾਂਦੇ ਹਾਂ, ਅਸੀਂ ਸਿਰਜਣਹਾਰ ਨੂੰ ਚੇਤੇ ਰੱਖੀਏ, ਕਰਤਾਰ ਨੂੰ ਚੇਤੇ ਰੱਖੀਏ, ਉਸ ਨੂੰ ਵਿਸਾਰੀਏ ਨਾ। ਊਠਤ ਬੈਠਤ ਸੋਬਤ ਧਿਆਈਐ ਦਾ ਅਰਥ ਇਹ ਆ ਵੀ ਭਾਵੇਂ ਘਰੇ ਆ, ਭਾਵੇਂ ਅਸੀਂ ਘਰ ਤੋਂ ਬਾਹਰ ਆ, ਕਿਤੇ ਵੀ ਆ, ਤੇ ਸਾਨੂੰ ਸਿਰਜਣਹਾਰ ਦਾ ਚੇਤਾ ਹੋਣਾ ਚਾਹੀਦਾ ਹੈ। ਸਿਰਜਣਹਾਰ ਦਾ ਚੇਤਾ ਹੋਣ ਤੋਂ ਭਾਵ ਇਹ ਨਹੀਂ ਆ ਬਈ ਇੱਕ ਟਿਪੀਕਲ ਮੰਤਰ ਨੂੰ ਲੈ ਲਿਆ ਜਾਵੇ ਤੇ ਅਸੀਂ ਬਾਰ-ਬਾਰ ਉਸ ਨੂੰ ਰਿਪੀਟ ਕਰਦੇ ਰਹੀਏ। ਅਸਲ 'ਚ ਗੁਣ ਗਾਉਣ ਦਾ ਭਾਵ ਅਰਥ ਇਹ ਨਹੀਂ ਹੁੰਦਾ। ਗੁਣ ਗਾਉਣ ਦਾ ਅਰਥ ਠੀਕ ਆ ਜਦੋਂ ਅਸੀਂ ਆਪਣੀ ਰਸਨਾ ਦੇ ਨਾਲ ਪਰਮੇਸ਼ਰ ਪਿਆਰੇ ਦਾ ਨਾਮ ਜਪਦੇ ਹਾਂ ਤਾਂ ਉਹ ਇੱਕ ਅਨੁਭਵ ਤੇ ਅਹਿਸਾਸ ਸਾਡੇ ਅੰਦਰ ਪੈਦਾ ਕਰਦਾ ਹੈ। ਇਸ ਗੱਲ ਤੋਂ ਅਸੀਂ ਜਿਹੜੇ ਹੈਗੇ ਆ ਮੁਨਕਰ ਨਹੀਂ ਹੁੰਦੇ, ਮੰਨਦੇ ਆ ਇਸ ਗੱਲ ਨੂੰ। ਪਰ ਇਹ ਚੇਤਾ ਰੱਖਣਾ ਜ਼ਰੂਰੀ ਆ ਵੀ ਗੋਬਿੰਦ ਕੇ ਗੁਣ ਗਾਵੋ ਦਾ ਅਰਥ ਕੇਵਲ ਮਾਤਰ ਇਹਨਾਂ ਨਹੀਂ ਆ। ਗੁਣ ਗਾਵੋ ਦਾ ਅਰਥ ਆ ਅਸਲੋਂ ਪਰਮੇਸ਼ਰ ਜੀ ਨੂੰ ਹਾਜ਼ਰ ਨਾਜ਼ਰ ਜਾਣਨਾ ਹਰ ਇੱਕ ਥਾਂ ਤੇ, ਹਰ ਇੱਕ ਦੇ ਵਿੱਚੋਂ। ਜਦੋਂ ਇਹ ਅਹਿਸਾਸ ਸਾਡੇ ਅੰਦਰ ਪੈਦਾ ਹੋ ਜਾਏਗਾ, ਫਿਰ ਭਾਵੇਂ ਘਰ ਹੋਵੇ, ਭਾਵੇਂ ਧਰਮਸ਼ਾਲਾ ਹੋਵੇ, ਭਾਵੇਂ ਧਰਮ ਦੀ ਥਾਂ ਆ, ਭਾਵੇਂ ਦਫ਼ਤਰ ਆ, ਫਿਰ ਹਰ ਥਾਂ ਤੇ ਧਰਮ ਕਮਾਇਆ ਜਾਏਗਾ। ਕਿਉਂਕਿ ਸਾਡੇ ਗੁਰੂ ਪਾਤਸ਼ਾਹ ਬਹੁਤ ਵੱਡਾ ਵਿਜ਼ਨ ਲੈ ਕੇ ਚੱਲੇ ਆ। ਜਦੋਂ ਗੁਰੂ ਨਾਨਕ ਜੀ ਕਹਿੰਦੇ ਆ ਰਾਤੀ ਰੁੱਤੀ ਥਿੱਤੀ ਵਾਰ, ਜਦੋਂ ਇਹ ਪੌੜੀ ਵਿੱਚ ਗੁਰੂ ਸਾਹਿਬ ਜੀ ਧਰਮਸ਼ਾਲ ਦੀ ਵਿਆਖਿਆ ਕਰਦੇ ਆ ਤਾਂ ਆਪ ਜੀ ਲਿਖਦੇ ਨੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤੇ ਦਰਬਾਰ ਦੇ ਵਿੱਚ ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਇਹ ਧਰਮਸ਼ਾਲ ਹੈ ਜਿਹੜੀ ਧਰਤੀ, ਇਹਦੀ ਗੱਲ ਹੋ ਰਹੀ ਹੈ। ਇਹ ਕਿਸੇ ਹੋਰ ਵੱਖਰੀ ਥਾਂ ਦੀ ਗੱਲ ਨਹੀਂ ਹੋ ਰਹੀ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਧਰਤੀ ਨੂੰ ਧਰਮਸ਼ਾਲਾ। ਵਿਜ਼ਨ ਕਿੱਡਾ ਵੱਡਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਵੀ ਜਿਹੋ ਜਿਹੀ ਮਨਸ਼ਾ ਨਾਲ ਅਸੀਂ ਧਰਮਸ਼ਾਲਾ 'ਚ ਜਾਂਦੇ ਹਾਂ, ਜਿਹੋ ਜਿਹੀ ਭਾਵਨਾ ਅਸੀਂ ਧਰਮਸ਼ਾਲਾ ਦੇ ਪ੍ਰਤੀ ਆਪਣੇ ਮਨ 'ਚ ਬਣਾ ਕੇ ਰੱਖਦੇ ਹਾਂ, ਸਾਰੀ ਧਰਤੀ ਦੇ ਜੀਵਾਂ ਪ੍ਰਤੀ ਬਣਾ ਕੇ ਰੱਖੀਏ। ਸਾਡੇ ਲਈ ਆ ਸਾਰੀਆਂ ਮੂਰਤਾਂ, ਤੁਰੇ ਫਿਰਦੇ ਇਨਸਾਨ, ਇਹ ਰੱਬ ਦਾ ਰੂਪ। ਸਾਡੀ ਸੁਰਤ ਇਹਨਾਂ ਨੂੰ ਮੰਨੇ। ਜਦੋਂ ਮੰਨੇਗੀ ਫਿਰ ਊਚ ਨੀਚ ਖਤਮ ਹੋ ਜਾਏਗੀ, ਫਿਰ ਵਿਤਕਰੇ ਤੇ ਵੰਡੀਆਂ ਖਤਮ ਹੋ ਜਾਣੀਆਂ ਨੇ, ਫਿਰ ਸਭੈ ਘਟ ਰਾਮ ਬੋਲੇ ਦੀ ਸਮਝ ਆ ਜਾਏਗੀ, ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇਹਦੀ ਸਮਝ ਆ ਜਾਏਗੀ। ਫਿਰ ਉੱਥੇ ਉਹ ਜ਼ਾਤ ਪਾਤ ਦੇ ਵਿਤਕਰੇ, ਊਚ ਨੀਚ ਦੇ ਵਿਤਕਰੇ, ਅਮੀਰ ਗਰੀਬ ਦੇ ਵਿਤਕਰੇ, ਉਹ ਸਭ ਮਿਟ ਜਾਣਗੇ। ਫਿਰ ਉੱਥੇ ਕੇਵਲ ਇੱਕ ਸਾਂਝ ਰਹਿ ਜਾਏਗੀ। ਉਹ ਕਿਹੜੀ ਹੋਏਗੀ ਜੀ? ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭ ਨਾ ਕੇ ਸਾਜਨ। ਫਿਰ ਉੱਥੇ ਇਹ ਸਾਂਝ ਹੋਏਗੀ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਨਾਈ। ਫਿਰ ਇਹਨੂੰ ਪ੍ਰੈਕਟੀਕਲੀ ਆਪਣੇ ਜੀਵਨ ਦੇ ਵਿੱਚ ਨਿਭਾਇਆ ਜਾਏਗਾ। ਸੋ ਗੋਬਿੰਦ ਕੇ ਗੁਣ ਗਾਵੋ। ਇੱਦਾਂ ਗੋਬਿੰਦ ਕੇ ਗੁਣ ਗਾਉਣੇ ਨੇ ਵੀ ਪਰਮੇਸ਼ਰ ਜੀ ਨੂੰ ਅਸੀਂ ਹਾਜ਼ਰ ਨਾਜ਼ਰ ਜਾਣਨਾ ਆ, ਆਪਣੇ ਆਲੇ ਦੁਆਲੇ ਦੇ ਵਿੱਚੋਂ ਉਸ ਨੂੰ ਮਹਿਸੂਸ ਕਰਨਾ ਹੈ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੀ ਗਵਾਵੋ। ਕਹਿੰਦੇ ਭਾਈ ਆ ਮਨੁੱਖਾ ਜੀਵਨ ਬੜਾ ਕੀਮਤੀ ਆ, ਬੇਸ਼ੱਕ ਕੀਮਤੀ ਆ। ਦੁਬਾਰਾ ਮਿਲਣ ਵਾਲਾ ਤੇ ਹੈ ਕੋਈ ਨਹੀਂ, ਕੋਈ ਸ਼ੋਰਟੀ ਨਹੀਂ ਵੀ ਦੁਬਾਰਾ ਮਿਲੇ ਕਿ ਨਾ ਮਿਲੇ। ਬਿਰਥਾ ਕਾਹੀ ਗਵਾਵੋ। ਜਿੰਨਾ ਸਮਾਂ ਤੁਹਾਡੇ ਕੋਲ ਹੈਗਾ, ਤੁਸੀਂ ਉਸ ਸਮੇਂ ਨੂੰ ਬਿਅਰਥ ਕਿਉਂ ਗਵਾ ਰਹੇ ਹੋ? ਪਰਮੇਸ਼ਰ ਦੇ ਗੁਣ ਗਾਉਣ ਦੀ ਥਾਂ ਦੇ ਉੱਪਰ ਹੋਰਨਾਂ ਕਾਰਜਾਂ 'ਚ ਲੱਗ ਕੇ, ਹੋਰਨਾਂ ਕਰਮ ਕਾਂਡਾਂ ਨੂੰ ਕਰਕੇ, ਹੋਰਨਾਂ ਵਿਸ਼ਵਾਸਾਂ ਵਿੱਚ ਫਸ ਕੇ, ਉਹ ਜਿੰਨਾ ਵੀ ਸਮਾਂ ਸਾਡਾ ਜਾ ਰਿਹਾ ਨਾ, ਉਹ ਸਾਰੇ ਦਾ ਸਾਰਾ ਬੇਕਾਰ ਜਾ ਰਿਹਾ, ਬੇਅਰਥ ਜਾ ਰਿਹਾ। ਉਹਦਾ ਕੋਈ ਅਰਥ ਨਹੀਂ ਪੈ ਰਿਹਾ। ਅਰਥ ਉਹ ਤਾਂ ਪਏਗਾ ਜੇਕਰ ਅਸੀਂ ਆਪਣੀ ਸੋਚ ਨੂੰ ਵਿਸ਼ਵ ਵਿਆਪੀ ਬਣਾ ਕੇ ਚੱਲਾਂਗੇ। ਵਿਸ਼ਵ ਵਿਆਪੀ ਸੋਚ ਦਾ ਅਰਥ ਕੀ ਹੈ? ਪਰਮੇਸ਼ਰ ਜੀ ਨੂੰ ਸਰਵ ਵਿਆਪਕ ਮੰਨ ਕੇ ਚੱਲਾਂਗੇ ਤੇ ਸਾਰੀ ਧਰਤੀ ਸਾਡੇ ਲਈ ਇੱਕ ਪਿੰਡ ਹੋਏਗੀ ਤੇ ਉੱਥੇ ਰਹਿਣ ਵਾਲੇ ਸਾਰੇ ਲੋਕ ਸਾਡੇ ਲਈ ਪਰਿਵਾਰ ਦੇ ਜੀਆਂ ਦੇ ਵਾਂਗ ਹੋਣਗੇ ਤੇ ਕਿਸੇ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਕੋਈ ਮੰਦੀ ਭਾਵਨਾ ਉਹ ਨਹੀਂ ਹੋਏਗੀ। ਸੋ ਉਹ ਗੁਣ ਗਾਉਣੇ ਜਿਹੜੇ ਹਨ, ਉਵੇਂ ਗੁਣ ਗਾਉਣੇ ਉਸ ਰੂਪ ਦੇ ਵਿੱਚ, ਉਹ ਸਾਡੀ ਪ੍ਰੈਕਟੀਕਲ ਜ਼ਿੰਦਗੀ ਦਾ ਹਿੱਸਾ ਬਣਨੇ ਸ਼ੁਰੂ ਹੋਣ। ਜੇ ਉਹ ਨਹੀਂ ਬਣ ਰਹੇ, ਫਿਰ ਤਾਂ ਗੁਰੂ ਸਾਹਿਬ ਕਹਿ ਰਹੇ ਨੇ ਇਹ ਜਨਮ, ਇਹ ਜੀਵਨ ਬੇਅਰਥ ਜਾ ਰਿਹਾ ਹੈ, ਬੇਕਾਰ ਜਾ ਰਿਹਾ ਹੈ। ਅੱਗੋਂ ਲਿਖਦੇ ਨੇ ਪਤਿਤ ਪੁਨੀਤ ਦੀਨ ਬੰਦ ਹਰ, ਸ਼ਰਨ ਤਾਹੀਂ ਤੁਮ ਆਵੋ,
ਹੇ ਭਾਈ, ਪਰਮੇਸ਼ਰ ਦਾ ਨਾਮ ਪਤਿਤ ਪੁਨੀਤ ਹੈ। ਪਤਿਤਾਂ ਨੂੰ ਪੁਨੀਤ ਕਰਨ ਵਾਲਾ ਆ। ਜਿਹੜੇ ਮੰਦਕਰਮੀ ਲੋਕ ਨੇ, ਪਤਿਤ ਤੋਂ ਭਾਵ ਮਾੜੇ, ਮੰਦਕਰਮੀ ਲੋਕ, ਮੰਦਕਰਮੀ ਲੋਕ ਨੇ, ਮੰਦੇ ਕਰਮਾਂ ਵਾਲੇ, ਜੇ ਕਿਤੇ ਉਹ ਵੀ ਗੁਣ ਗਾਉਣ ਲੱਗ ਜਾਣ, ਜੇ ਕਿਤੇ ਉਹ ਵੀ ਸਰਵ ਵਿਆਪਕ ਈਸ਼ਵਰ ਦੇ ਨਾਲ ਜੁੜ ਜਾਣ, ਤਾਂ ਉਹ ਵੀ ਚੰਗੇ ਬਣ ਜਾਣਗੇ, ਪੁਨੀਤ ਬਣ ਜਾਣਗੇ, ਚੰਗੇ ਬਣ ਜਾਣਗੇ। ਇਤਿਹਾਸ 'ਚੋਂ ਪੜ੍ਹਦੇ ਹਨ ਆਪਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚੋਂ, ਬਈ ਜਿਹੜਾ ਉਹ ਠੱਗ ਸੀ, ਠੱਗੀਆਂ ਮਾਰਨ ਵਾਲਾ, ਗੁਰੂ ਨਾਨਕ ਜੀ ਦੀ ਸੰਗਤ ਨੇ ਜਦੋਂ ਉਸ ਦੀ ਸੋਚ ਨੂੰ ਬਦਲ ਦਿੱਤਾ, ਉਸ ਦੀ ਸੁਰਤ ਬਿਰਤੀ ਨੂੰ ਬਦਲ ਦਿੱਤਾ, ਤਾਂ ਫਿਰ ਉਹ ਕੀ ਹੋਇਆ ਜੀ? ਠੱਗ ਤੋਂ ਸੱਜਣ ਬਣ ਗਿਆ, ਸੇਵਕ ਬਣ ਗਿਆ ਮਾਨਵਤਾ ਦਾ। ਕੌਡਾ, ਜਿਸ ਨੂੰ ਲੋਕੀ ਰਾਖਸ਼ ਆਖਦੇ ਸੀ, ਜਿਸ ਦੀ ਬਿਰਤੀ ਉਦਾਂ ਦੀ ਸੀ, ਤੇ ਹੁਣ ਉਹ ਭਾਈ ਬਣ ਗਿਆ, ਹੁਣ ਉਹ ਸੇਵਕ ਬਣ ਗਿਆ। ਕਿਵੇਂ? ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਸਮਝ ਦੇ ਨਾਲ, ਜੀਵਨ ਜਾਂਚ ਦੇ ਨਾਲ, ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਉੱਪਰ ਚੱਲਣ ਕਰਕੇ। ਗੁਰੂ ਸਾਹਿਬ ਨੇ ਤੇ ਆਪਣੀ ਜੀਵਨ ਜਾਂਚ ਉਹਨੂੰ ਸਪੁਰਦ ਕਰ ਦਿੱਤੀ, ਦੇ ਦਿੱਤੀ, ਤੇ ਅੱਗੇ ਹੁਣ ਉਹਦੇ ਤੇ ਨਿਰਭਰ ਕਰਦਾ ਆ ਬਈ ਉਹ ਕਿੰਨੀ ਕੁ ਆਪਣੇ ਜੀਵਨ 'ਚ ਵਸਾਉਂਦਾ। ਸਤਿਗੁਰ ਤੇ ਸ਼ਬਦ ਦਾ ਅਖੁੱਟ ਭੰਡਾਰ, ਸ਼ਬਦ ਅਖੁੱਟ ਬਾਬਾ ਨਾਨਕਾ, ਅਖੁੱਟ ਭੰਡਾਰ ਸ਼ਬਦ ਦਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਨੂੰ ਦੇ ਕੇ ਗਏ ਨੇ। ਇਹ ਸਾਡੇ ਤੇ ਨਿਰਭਰ ਕਰਦਾ ਆ, ਅਸੀਂ ਇਸ ਅਖੁੱਟ ਭੰਡਾਰ ਦੇ ਵਿੱਚੋਂ ਕਿੰਨਾ ਕੁ ਆਪਣੇ ਲਈ ਭੰਡਾਰਾ ਲੈਂਦੇ ਆ, ਸਾਡੀ ਪਾਤਰਤਾ ਕਿੰਨੀ ਕੁ ਆ, ਉਹਦੇ ਉੱਪਰ ਨਿਰਭਰ ਕਰਦਾ ਆ। ਕਿਉਂਕਿ ਪਾਤਰਤਾ ਤੋਂ ਵੱਧ ਕਦੇ ਵੀ ਕੁਝ ਨਹੀਂ ਮਿਲਿਆ ਕਰਦਾ, ਕਦੇ ਵੀ ਕੁਝ ਨਹੀਂ ਮਿਲਿਆ ਕਰਦਾ। ਸਾਗਰ ਪਾਣੀ ਦਾ ਭਰਿਆ ਹੋਇਆ ਆ, ਤੁਹਾਡੇ ਭਾਂਡੇ ਦੀ ਕੈਪੈਸਿਟੀ ਕਿੰਨੀ ਆ ਉਹ ਤੈਅ ਕਰੇਗਾ ਤੁਹਾਨੂੰ ਕਿੰਨਾ ਮਿਲੇਗਾ। ਜੇ 5 ਲੀਟਰ ਆ ਤੇ 5, ਜੇ 10 ਆ ਤੇ 10, ਜੇ 50 ਆ ਤੇ 50, ਜੇ 2 ਲੀਟਰ ਆ ਤੇ 2, ਜੇ ਅੱਧਾ ਲੀਟਰ ਆ ਤੇ ਉਹਨਾਂ। ਉਹਨੇ ਜਿਹੜੀ ਪਾਤਰਤਾ ਆ ਨਾ, ਉਹਨੇ ਤੈਅ ਕਰਨਾ ਆ ਪ੍ਰਾਪਤੀ ਕਿੰਨੀ ਹੋਣੀ ਆ। ਸੋ ਜੇ ਪਾਤਰਤਾ ਵੱਡੀ ਹੋਏਗੀ ਤੇ ਪ੍ਰਾਪਤੀ ਵੀ ਵੱਡੀ ਹੋਏਗੀ। ਜੇ ਚਾਹੁੰਦੇ ਹਾਂ ਅਸੀਂ ਪ੍ਰਾਪਤੀ ਵੱਡੀ ਹੋਵੇ ਤੇ ਪਾਤਰਤਾ ਸਾਨੂੰ ਵਧਾਉਣੀ ਪਏਗੀ, ਆਪਣੀ ਪਾਤਰਤਾ ਉਹ ਵੱਡੀ ਕਰਨੀ ਪਏਗੀ ਸਾਨੂੰ। ਜੋ ਪਾਤਰਤਾ ਵੱਡੀ ਨਹੀਂ ਹੁੰਦੀ ਤੇ ਪ੍ਰਾਪਤੀ ਕਦੀ ਵੀ ਵੱਡੀ ਨਹੀਂ ਹੁੰਦੀ। ਜ਼ਿੰਦਗੀ 'ਚ ਕਈ ਲੋਕ ਆਪਣੀਆਂ ਪ੍ਰਾਪਤੀਆਂ ਤੋਂ ਨਾਖੁਸ਼ ਹੁੰਦੇ ਵੀ ਸਾਨੂੰ ਛੋਟੀਆਂ ਪ੍ਰਾਪਤੀਆਂ ਹੋਈਆਂ। ਦਰਅਸਲ ਭਾਈ ਛੋਟੀਆਂ ਨਹੀਂ ਹੋਈਆਂ, ਤੁਹਾਡੀ ਪਾਤਰਤਾ ਇੰਨੀ ਸੀ, ਇੰਨਾ ਤੁਹਾਨੂੰ ਮਿਲ ਗਿਆ। ਤੁਸੀਂ ਪਾਤਰਤਾ ਵਧਾ ਲੈਂਦੇ ਤੁਹਾਨੂੰ ਵੱਧ ਮਿਲ ਜਾਣਾ ਸੀ। ਸੋ ਇਸ ਲਈ ਗੁਰੂ ਸਾਹਿਬ ਕਹਿਣ ਲੱਗੇ, ਪਤਿਤ ਪੁਨੀਤ ਦੀਨ ਬੰਧ ਹਰ। ਪਰਮੇਸ਼ਰ ਤੇ ਪਤਿਤ ਪੁਨੀਤ ਹੈ। ਪਰਮੇਸ਼ਰ ਦਾ ਨਾਮ ਤੇ ਐਸਾ ਹੈ, ਰੱਬ ਨਾਲ ਜੁੜਨਾ ਤੇ ਇਉਂ ਹੈ ਵੀ ਉਹ ਪਤਿਤਾਂ ਨੂੰ ਵੀ ਪੁਨੀਤ ਬਣਾ ਦਿੰਦਾ, ਉਹਨਾਂ ਦੇ ਅੰਦਰ ਪਾਤਰਤਾ ਚੰਗੀ ਪੈਦਾ ਕਰ ਦਿੰਦਾ, ਤੇ ਉਹ ਚੰਗਿਆਈ ਵਾਲੇ ਰਾਹ ਤੇ ਤੁਰ ਪੈਂਦੇ ਆ। ਜੇ ਉਹ ਉਸ ਨੂੰ ਅਪਣਾ ਲੈਣ ਤੇ ਉਹ ਚੰਗਿਆਈ ਵਾਲੇ ਰਸਤੇ ਤੇ ਤੁਰ ਪੈਂਦੇ ਹਨ। ਜੇ ਨਹੀਂ ਅਪਣਾਉਣਗੇ ਫਿਰ ਜਿਹੋ ਜਿਹੇ ਹਨ ਉਦਾਂ ਦੇ ਤੇ ਰਹਿਣਗੇ। ਸ਼ਰਨ ਤਾਹਿ ਤੁਮ ਆਵੋ, ਇਹੋ ਜਿਹੇ ਪਰਮੇਸ਼ਰ ਦੀ ਨਾਮ ਦੀ ਸ਼ਰਨ ਵਿੱਚ ਤੁਸੀਂ ਆਵੋ। ਅਗਲੀ ਗੱਲ, ਗਜ ਕੋ ਤਰਾਸ ਮਿਟਿਓ ਜਿਹੇ ਸਿਮਰਤ ਤੁਮ ਕਾਹੇ ਬਿਸਰਾਵੋ। ਸੋ ਲੋਕਾਂ ਦੇ ਵਿੱਚ ਇਹ ਖਿਆਲ ਪ੍ਰਚਲਿਤ ਸੀ ਬਈ ਇੱਕ ਹਾਥੀ ਸੀ, ਤੇ ਉਹ ਹਾਥੀ ਸੀ ਜਿਹੜਾ ਉਹ ਸਾਗਰ 'ਚ ਗਿਆ, ਤੇ ਉੱਥੇ ਉਹ ਜੰਗਲ ਜਿਹੜੇ ਉਹ ਸਾਗਰ ਦੇ ਜੀਵ ਸੀ ਉਹਨਾਂ ਨੇ ਫੜ ਲਿਆ ਉਸ ਨੂੰ। ਇਹ ਆਮ ਲੋਕਾਂ 'ਚ ਪ੍ਰਚਲਿਤ ਕਥਾ ਸੀ ਇੱਕ। ਤੇ ਉੱਥੇ ਕਹਿੰਦੇ ਉਹਨੇ ਰਾਮ ਨੂੰ ਸਿਮਰਿਆ, ਪਰਮੇਸ਼ਰ ਨੂੰ ਸਿਮਰਿਆ, ਭਗਵਾਨ ਨੇ ਫਿਰ ਉਸ ਦਾ ਬਚਾਅ ਕੀਤਾ, ਉਹਨੂੰ ਸੇਵ ਕੀਤਾ, ਉਹਦੀ ਲਾਈਫ ਬਚਾਈ, ਜ਼ਿੰਦਗੀ ਬਚੀ ਉਸਦੀ। ਤੇ ਇਹ ਜਿਹੜੀ ਕਥਾ ਸੀ ਆਮ ਲੋਕਾਂ ਦੇ ਵਿੱਚ ਧਾਰਮਿਕ ਵਿਅਕਤੀਆਂ ਵੱਲੋਂ ਬੜੀ ਪ੍ਰਚਲਿਤ ਕੀਤੀ ਗਈ ਸੀ। ਜਿਵੇਂ ਧਾਰਮਿਕ ਵਿਅਕਤੀ ਕਈ ਕਥਾਵਾਂ ਪ੍ਰਚਲਿਤ ਕਰ ਦਿੰਦੇ ਆ ਨਾ, ਵੀ ਇੱਕ ਜੀ ਦਾ ਧਾਰਮਿਕ ਸਾਧੂ ਸੀ, ਉਹਨਾਂ ਕੋਲ ਮਾਤਾ ਗਈ ਤੇ ਉਹਨੇ ਜਾ ਕੇ ਆਖਿਆ ਬੱਚਾ ਮਿੱਠਾ ਬੜਾ ਖਾਂਦਾ, ਉਹ ਕਹਿੰਦਾ ਕੱਲ੍ਹ ਨੂੰ ਲੈ ਕੇ ਆਈ। ਫਿਰ ਉਹ ਅਗਲੇ ਦਿਨ ਗਈ ਤੇ ਫਿਰ ਉਹ ਕਹਿੰਦਾ ਨਾ ਖਾਇਆ ਕਰ, ਵੀ ਇਹ ਗੱਲ ਕੱਲ੍ਹ ਇਹ ਕਹਿ ਦਿੰਦੇ। ਤਾਂ ਇੱਦਾਂ ਦੀਆਂ ਕਥਾ ਕਹਾਣੀਆਂ ਪ੍ਰਚਲਿਤ ਹੋ ਜਾਂਦੀਆਂ, ਸੁਣਾਈਆਂ ਵੀ ਜਾਂਦੀਆਂ, ਪਰ ਅਰਥ ਇਹ ਤਦ ਰੱਖਦੀਆਂ ਨੇ ਜਦੋਂ ਇਹ ਸਾਡੇ ਜੀਵਨ, ਸਾਡੀ ਜ਼ਿੰਦਗੀ ਦਾ ਹਿੱਸਾ ਬਣਦੀਆਂ ਨੇ। ਸਵੈ ਜੀਵਨ ਵਿੱਚ ਜਦੋਂ ਤੱਕ ਇਹ ਨਹੀਂ ਆਉਂਦੀਆਂ ਉਦੋਂ ਤੱਕ ਇਹਨਾਂ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਸੋ ਗੁਰੂ ਸਾਹਿਬ ਕਹਿਣ ਲੱਗੇ ਵੀ ਤੁਸੀਂ ਕਹਿੰਦੇ ਹੋ ਹਾਥੀ ਦਾ ਡਰ ਮਿਟ ਗਿਆ, ਉਹ ਬਚ ਗਿਆ, ਉਹ ਤੇ ਬਚ ਗਿਆ। ਚਲੋ ਤੁਸੀਂ ਕਹਿੰਦੇ ਹੋ ਮੰਨ ਲੈਂਦੇ ਹਾਂ, ਉਹ ਤੇ ਉਹਦਾ ਤੇ ਬਚਾਅ ਹੋ ਗਿਆ, ਉੱਥੋਂ ਤੇ ਇੱਕ ਵਾਰ ਬਚ ਰਿਹਾ, ਤੇ ਮੁੜ ਕੇ ਤੁਸੀਂ ਫਿਰ ਉਸ ਨਾਲ ਕਿਉਂ ਨਹੀਂ ਜੁੜਦੇ? ਜੇ ਤੁਸੀਂ ਜੁੜੋਗੇ ਤੇ ਤੁਹਾਡਾ ਬਚਾਅ ਨਹੀਂ ਹੋਏਗਾ। ਤੁਮ ਕਾਹੇ ਬਿਸਰਾਵੋ, ਤੁਸੀਂ ਕਿਉਂ ਭੁਲਾ ਰੱਖਿਆ? ਤੁਸੀਂ ਵੀ ਤੇ ਚੇਤਾ ਰੱਖੋ ਨਾ। ਗੁਰੂ ਸਾਹਿਬ ਅਸੀਂ ਤੇ ਚੇਤਾ ਰੱਖਦੇ ਹਾਂ, ਅਸੀਂ ਧਰਮ ਦੇ ਥਾਵਾਂ ਤੇ ਜਾਂਦੇ ਹਾਂ, ਅਸੀਂ ਤੇ ਸਾਰੇ ਦੱਸੇ ਹੋਏ ਕਰਮ ਕਰਦੇ ਹਾਂ। ਉਹ ਭਾਈ ਉਹ ਨਹੀਂ, ਜਿਹੜੇ ਕਰਮ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਸੀ ਉਹ ਕਰਨੇ ਆ। ਦੱਸੋ ਧੰਨ ਗੁਰੂ ਨਾਨਕ ਜੀ ਨੇ ਭਾਈ ਲਹਿਣਾ ਜੀ ਨੂੰ ਕਿਹੜੇ ਤੀਰਥ ਦੀ ਯਾਤਰਾ ਦੱਸੀ ਸੀ?
ਗੁਰੂ ਅੰਗਦ ਸਾਹਿਬ ਨੇ ਬਾਬਾ ਅਮਰਦਾਸ ਨੂੰ ਕਿਹੜੇ ਤੀਰਥ ਦੀ ਯਾਤਰਾ ਤੇ ਕਿਹੜੇ ਮੰਤਰਾਂ ਦਾ ਜਾਪ ਦੱਸਿਆ ਸੀ, ਦੱਸੋ? ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਜੀ ਨੇ ਕਿਹੜੀ ਯਾਤਰਾ ਤੇ ਭੇਜਿਆ ਸੀ ਵੀ ਮੁੜ ਕੇ ਆਉਂਦੇ ਨੂੰ ਇਹ ਤੈਨੂੰ ਭਾਈ ਅਸੀਂ ਸਿੱਖ ਬਣਾ ਲਾਂਗੇ ਤੇ ਗੁਰਿਆਈ ਦੇ ਦਾਂਗੇ, ਦੱਸੋ? ਉਹ ਬਚਨ ਮੰਨਣ ਕਰਕੇ ਸੰਭਵ ਹੋ ਪਾਇਆ, ਉਹ ਗੁਰੂ ਸਾਹਿਬ ਦੀ ਆਗਿਆ ਵਿੱਚ ਚੱਲਣ ਕਰਕੇ ਸੰਭਵ ਹੋ ਪਾਇਆ, ਜਾਂ ਜਿਹੜੇ ਬਾਹਰ ਲਿਆ ਕਰਮ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਕੇ ਹਟਿਆ ਇਹਨਾਂ ਕਰਕੇ ਸੰਭਵ ਹੋ ਪਾਇਆ, ਦੱਸੋ? ਬਚਨ ਮੰਨਣ ਕਰਕੇ ਸੰਭਵ ਹੋ ਪਾਇਆ ਨਾ। ਸੋ ਇਸ ਲਈ ਸਾਨੂੰ ਵੀ ਬਚਨ ਮੰਨਣਾ ਚਾਹੀਦਾ ਆ। ਜੋ ਸਿੱਖਿਆ ਗੁਰੂ ਸਾਹਿਬ ਦੇ ਰਹੇ ਨੇ ਸਾਨੂੰ ਉਸ ਸਿੱਖਿਆ ਦੇ ਉੱਪਰ ਅਮਲ ਕਰਨਾ ਚਾਹੀਦਾ। ਤੁਮ ਕਾਹੇ ਵਿਸਰਾਵੋ, ਤੁਸੀਂ ਕਿਉਂ ਭੁਲਾਉਂਦੇ ਪਏ ਹੋ? ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਗੁਰੂ ਸਾਹਿਬ ਕਹਿਣ ਲੱਗੇ ਭਾਈ ਤੁਸੀਂ ਆਪਣੇ ਅਭਿਮਾਨ ਅਹੰਕਾਰ ਨੂੰ ਤਿਆਗ ਕੇ ਮਨ ਵਿੱਚ ਜੋ ਮੋਹ ਮਾਇਆ ਹੈ ਉਹਨੂੰ ਛੱਡ ਕੇ ਭਜਨ ਰਾਮ ਚਿਤ ਲਾਵੋ, ਆਪਣੇ ਚਿੱਤ ਨੂੰ ਪਰਮੇਸ਼ਰ ਦੇ ਭਜਨ ਵਿੱਚ ਲਾ ਲਓ। ਪਿਛਲੇ ਸ਼ਬਦ ਵਿੱਚ ਆਪਾਂ ਕੋਸ਼ਿਸ਼ ਕੀਤੀ ਸੀ ਮਨ ਕਿਵੇਂ ਜੁੜੇ, ਇਕਾਗਰਤਾ ਕਿਵੇਂ ਆਵੇ ਸਾਡੇ ਅੰਦਰ, ਇਹ ਗੱਲ ਸਮਝਣ ਦੀ। ਤੁਸੀਂ ਸੁਣਿਆ ਤੇ ਤੁਸੀਂ ਸਮਝ ਕੇ ਵੀ ਆਏ ਹੋ ਇਕਾਗਰਤਾ ਕਿਵੇਂ ਬਣਨੀ ਆ। ਤੇ ਹੁਣ ਉਹੀ ਗੱਲ ਇੱਥੇ ਗੁਰੂ ਸਾਹਿਬ ਨੇ ਅੱਗੇ ਤੋਰੀ। ਮਹਾਰਾਜ ਕਹਿੰਦੇ ਤਜ ਅਭਿਮਾਨ ਮੋਹ ਮਾਇਆ ਫੁਨ, ਮਨ ਵਿੱਚੋਂ ਮਨ ਨੂੰ ਸਟੱਡੀ ਕਰਕੇ ਤੇ ਮਨ ਵਿੱਚੋਂ ਅਭਿਮਾਨ ਨੂੰ ਮੋਹ ਮਾਇਆ ਨੂੰ ਕੱਢ ਕੇ ਭਜਨ ਰਾਮ ਚਿਤ ਲਾਵੋ, ਸਰਬ ਵਿਆਪਕ ਪਰਮਾਤਮਾ ਵਿੱਚ ਚਿਤ ਲਾਓ। ਨਾਨਕ ਕਹਿਤ ਮੁਕਤ ਪੰਥ ਇਹ, ਗੁਰੂ ਜੀ ਕਹਿਣ ਲੱਗੇ ਭਾਈ ਅਸਲ ਵਿੱਚ ਮੁਕਤੀ ਦਾ ਪੰਥ ਰਸਤਾ ਇਹੋ ਹੀ ਆ, ਗੁਰਮੁਖ ਹੋਏ ਤੁਮ ਪਾਵੋ। ਤੇ ਗੁਰੂ ਦੇ ਦੱਸੇ ਰਸਤੇ ਉੱਪਰ ਚੱਲ ਕੇ ਤੁਸੀਂ ਇਸ ਦੀ ਪ੍ਰਾਪਤੀ ਕਰ ਲੈਣੀ ਆ। ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਤੁਸੀਂ ਇਸ ਨੂੰ ਪ੍ਰਾਪਤ ਕਰ ਲੈਣਾ ਹੈ। ਇਹ ਸਤਿਗੁਰ ਨੇ ਦੱਸਿਆ ਆ। ਸੋ ਇਦਾਂ ਗੁਰੂ ਸਾਹਿਬ ਨੇ ਇਸ ਸ਼ਬਦ ਵਿੱਚ ਸਮਝਾਇਆ। ਅਗਲੇ ਸ਼ਬਦ ਨੂੰ ਵੀ ਆਪਾਂ ਸਮਝ ਲਈਏ। ਗੌੜੀ ਮਹਲਾ ਨੌਵਾਂ। ਕਉ ਮਾਈ ਭੂਲਿਓ ਮਨ ਸਮਝਾਵੈ, ਵੇਦ ਪੁਰਾਨ ਸਾਧ ਮਗ ਸੁਨ ਕਰ ਨਿਮਖ ਨ ਹਰ ਗੁਣ ਗਾਵੈ। ਰਹਾਉ। ਦੁਰਲਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੈ, ਮਾਇਆ ਮੋਹ ਮਹਾ ਸੰਕਟ ਮਨ ਤਾਸਿਉ ਰੁਚ ਉਪਜਾਵੈ। ਤਾਸਿਉ ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਸਿਉ ਨੇਹ ਨਾ ਲਾਵੈ, ਨਾਨਕ ਮੁਕਤ ਤਾਹੇ ਤੁਮ ਮਾਨੋ, ਜਿਹ ਘਟ ਰਾਮ ਸਮਾਵੈ। ਇਹ 6ਵਾਂ ਸ਼ਬਦ ਹੈ ਤੇ ਇਹਦੇ ਆਪਾਂ ਉਚਾਰਨ ਅਤੇ ਵਿਸ਼ਰਾਮਾਂ ਦੀ ਗੱਲ ਕਰ ਲਈਏ। ਕਉ ਇੱਥੇ ਵਿਸ਼ਰਾਮ ਦੇਣਾ ਆ। ਮਾਈ ਸੰਬੋਧਨੀ ਸ਼ਬਦ ਹੈ, ਉਸ ਰੂਪ ਚ ਪੜ੍ਹਨਾ ਆ। ਭੂਲਿਓ ਮਨ ਸਮਝਾਵੈ, ਤੇ ਇਹਨੂੰ ਅਨਵੈ ਰੂਪ ਚ ਪੜਾਂਗੇ ਤੇ ਇਦਾਂ ਬਣਨਾ ਮਾਈ ਕਉ, ਕਉ ਭੂਲਿਓ ਮਨ ਸਮਝਾਵੈ। ਕੋਈ ਭੁੱਲੇ ਹੋਏ ਮਨ ਨੂੰ ਸਮਝਾਉਂਦਾ ਆ ਕੋਈ। ਸੋ ਇਹਦਾ ਪਾਠ ਕਿਵੇਂ ਕਰਨਾ ਹੈ ਜੀ? ਕਉ ਵਿਸ਼ਰਾਮ, ਮਾਈ ਸੰਬੋਧਨੀ ਹੈ ਵਿਸ਼ਰਾਮ, ਭੂਲਿਓ ਮਨ ਸਮਝਾਵੈ। ਵੇਦ ਪੁਰਾਨ ਸਾਧ ਮਗ ਸੁਨ ਕਰ ਵਿਸ਼ਰਾਮ, ਨਿਮਖ ਨਾ ਹਰ ਗੁਣ ਗਾਵੈ। ਦੁਰਲਭ ਦੇ ਪਾਏ ਮਾਨਸ ਕੀ ਵਿਸ਼ਰਾਮ, ਬਿਰਥਾ ਜਨਮ ਸਿਰਾਵੈ। ਮਾਇਆ ਮੋਹ ਮਹਾ ਸੰਕਟ ਬਨ ਵਿਸ਼ਰਾਮ, ਤਾਸਿਉ ਰੁਚ ਉਪਜਾਵੈ। ਅੰਤਰ ਬਾਹਰ ਸਦਾ ਸੰਗ ਪ੍ਰਭ ਵਿਸ਼ਰਾਮ, ਤਾਸਿਉ ਨੇਹ ਨਾ ਲਾਵੈ। ਨੇਹੋ ਨਹੀਂ ਪੜਨਾ, ਨੇਹ ਇੱਕ ਵਚਨ ਪੁਲਿੰਗ ਨਾਮ। ਨੇਹ ਨਾ ਲਾਵੈ ਨਾਨਕ ਵਿਸ਼ਰਾਮ, ਮੁਕਤ ਤਾਹਿ ਤੁਮ ਮਾਨੋ। ਮਨ ਹੋ ਇਹਦਾ ਨਹੀਂ ਪੜਨਾ, ਮਨ ਹੋ। ਕਈ ਮਨ ਹੋ ਕਹਿ ਦਿੰਦੇ ਆ, ਹੋ ਵੱਖਰਾ ਪੜ੍ਹ ਦਿੰਦੇ ਆ। ਨਹੀਂ, ਮਾਨੋ, ਮਾਨੋ ਤੁਸੀਂ ਮੰਨੋ, ਸੰਬੋਧਨੀ ਰੂਪ ਚ ਕਿਰਿਆਵੀ ਸ਼ਬਦ ਆ। ਨਾਨਕ ਮੁਕਤ ਤਾਹੇ ਤੁਮ ਮਾਨੋ ਵਿਸ਼ਰਾਮ, ਜਿਹ ਘਟ ਰਾਮ ਸਮਾਵੈ। ਇਦਾਂ ਇਸ ਦਾ ਪਾਠ ਕਰਨਾ ਹੈ। ਸੋ ਅਰਥਾਂ ਵੱਲ ਆਪਾਂ ਆਈਏ। ਕਉ ਮਾਈ ਭੂਲਿਓ ਮਨ ਸਮਝਾਵੈ। ਹੇ ਮਾਈ, ਹੇ ਸੰਗਤ ਜੀ, ਕੋਈ ਹੀ ਹੁੰਦਾ ਜੋ ਗੁਰੂ ਦੇ ਦੱਸੇ ਰਸਤੇ ਉੱਪਰ ਚੱਲ ਕੇ ਆਪਣੇ ਭੁੱਲੇ ਹੋਏ ਮਨ ਨੂੰ ਸਮਝਾ ਪਾਉਂਦਾ। ਕੋਈ ਹੀ ਹੁੰਦਾ ਜਿਹੜਾ ਮਨ ਨੂੰ ਸਟੱਡੀ ਕਰਕੇ ਆ ਦੋ ਸ਼ਬਦਾਂ 'ਚ ਮਨ ਦੀ ਗੱਲ ਕਰਦੇ ਆਏ ਨਾ ਆਪਾਂ, ਇਹ 'ਚ ਵੀ ਕੀਤੀ, ਇਸ ਤੋਂ ਪਹਿਲਾਂ ਵੀ ਜੋ ਤੁਸੀਂ ਸੁਣ ਕੇ ਆਏ ਹੋ, ਦੋ ਸ਼ਬਦਾਂ ਦੇ ਵਿੱਚ ਮਨ ਦੀ ਗੱਲ ਹੋਈ ਆ। ਤੇ ਗੁਰੂ ਸਾਹਿਬ ਕਹਿੰਦੇ ਗੁਰੂ ਦੀ ਬਾਣੀ ਸੁਣ ਕੇ, ਗੁਰੂ ਦੀ ਸਿੱਖਿਆ ਨੂੰ ਸੁਣ ਕੇ ਕੋਈ ਹੁੰਦਾ ਵਿਰਲਾ ਜਿਹੜਾ ਭੁੱਲੇ ਹੋਏ ਮਨ ਨੂੰ ਸਮਝਾਉਣ ਵਿੱਚ ਸਫਲ ਹੋ ਜਾਂਦਾ ਹੈ। ਵੇਦ ਪੁਰਾਨ ਸਾਧ ਮਗ ਸੁਣ ਕਰ, ਨਹੀਂ ਤਾਂ ਲੋਕੀ ਵੇਦਾਂ ਪੁਰਾਨਾਂ ਸਾਧੂਆਂ ਉਹਨਾਂ ਦੇ ਦੱਸੇ ਹੋਏ ਰਸਤੇ ਨੂੰ ਸੁਣਦੇ ਆ, ਸੁਣ ਕੇ ਫਿਰ ਕੀ ਕਰਦੇ ਆ? ਨਿਮਖ ਨਾ ਹਰ ਗੁਣ ਗਾਵੈ। ਨਿਮਖ ਥੋੜੇ ਜਿਹੇ ਸਮੇਂ ਲਈ ਵੀ, ਨਿਮਖ ਵਾਸਤੇ ਵੀ ਰੱਬ ਦੇ ਗੁਣ ਨਹੀਂ ਗਾ ਪਾਉਂਦੇ। ਹਾਂ, ਉਹ ਹੋਰ ਕਰਮ ਜ਼ਰੂਰ ਕਰਦੇ ਆ,
ਹੋਰ ਦੱਸੇ ਹੋਏ ਕਰਮਾਂ ਉੱਪਰ ਜ਼ਰੂਰ ਚੱਲਦੇ ਆ, ਬੜਾ ਕੁਝ ਕਰਦੇ ਆ, ਪਰ ਨਿਮਖ ਨਾ ਹਰ ਗੁਣ ਗਾਵੇ। ਹਰੀ ਦੇ ਗੁਣ ਗਾਉਣ ਦੀ ਗੱਲ, ਸਰਬ ਵਿਆਪਕ ਈਸ਼ਵਰ ਦੇ ਵਿੱਚ ਆਪਣੀ ਆ ਨਿੱਕੀ ਜੀ ਸੁਰਤ ਨੂੰ ਅਭੇਦ ਕਰਨ ਦੀ ਗੱਲ, ਇਹ ਕਿਸੇ ਵਿਰਲੇ ਦੇ ਹਿੱਸੇ ਆਉਂਦੀ ਹੈ। ਜਿਹਨੂੰ ਗੁਰੂ ਤੋਂ ਸਮਝ ਆ ਜਾਂਦੀ ਨਾ, ਜਾਂਚ ਆ ਜਾਂਦੀ, ਜੀਵਨ ਜਾਂਚ ਜੋ ਗੁਰੂ ਤੋਂ ਪ੍ਰਾਪਤ ਕਰ ਲੈਂਦਾ, ਫਿਰ ਉਹ ਭਾਈ ਸਰਬ ਵਿਆਪਕ ਦਾ ਹਿੱਸਾ ਆਪਣੇ ਆਪ ਨੂੰ ਜਾਣਨਾ ਸ਼ੁਰੂ ਕਰ ਦਿੰਦਾ ਹੈ। ਜਦੋਂ ਜਾਣਨਾ ਸ਼ੁਰੂ ਕਰ ਦਿੰਦਾ ਆ, ਫਿਰ ਸਾਧ ਸੰਗਤ ਆਪਣੇ ਫਰਜ਼ਾਂ ਦੀ ਪਛਾਣ ਕਰਕੇ ਉਹਨਾਂ ਨੂੰ ਨਿਭਾਉਣ ਵੀ ਲੱਗ ਪੈਂਦਾ। ਜਦੋਂ ਤੱਕ ਤੁਸੀਂ ਪਛਾਣਦੇ ਨਹੀਂ ਹੋ ਵੀ ਮੈਂ ਵੀ ਇੱਕ ਪਾਰਟ ਹਾਂ, ਉਦੋਂ ਤੱਕ ਫਿਰ ਉਹ ਨਹੀਂ ਹੁੰਦਾ, ਉਦੋਂ ਤੱਕ ਨਹੀਂ ਹੁੰਦਾ। ਹੁਣ ਇੱਦਾਂ ਮੰਨੋ ਬਈ ਕੋਈ ਹੈਗਾ ਨਾ, ਕੋਈ ਚੱਲ ਰਿਹਾ ਕਾਰਜ ਕਿਸੇ ਥਾਂ ਤੇ, ਮੰਨ ਲਓ ਵੀ ਇੱਕ ਘਰ ਬਣ ਰਿਹਾ ਵਾ, ਹੈ ਨਾ, ਤਾਂ ਆਮ ਤੌਰ 'ਤੇ ਇੱਥੇ ਆਪਣੇ ਪੰਜਾਬ 'ਚ ਕੀ ਹੁੰਦਾ, ਜਦੋਂ ਛੱਤ ਪਾਉਂਦੇ ਆ, ਉਹ ਹੁਣ ਤੇ ਮਸ਼ੀਨਾਂ ਨਾਲ ਪਾਉਣ ਲੱਗ ਗਏ, ਲਿਫਟਿੰਗ ਹੋ ਜਾਂਦੀ ਹੈ, ਮੈਟੀਰੀਅਲ ਜੋ ਸਾਰਾ ਕੰਕਰੀਟ RCC ਜੋ ਪਾਇਆ ਜਾਂਦਾ ਹੈ ਨਾ, ਹੁਣ ਤਾਂ ਉਹ ਸਾਰਾ ਲਿਫਟਿੰਗ ਮਸ਼ੀਨ ਨਾਲ ਹੋ ਜਾਂਦੀ। ਪਹਿਲੇ ਕੀ ਹੁੰਦਾ ਸੀ, ਉਹ ਇੱਕ ਇੱਦਾਂ ਮਤਲਬ ਮਨੁੱਖਾਂ ਦੀ ਸਰੀਰਾਂ ਦੀ ਚੇਨ ਬਣਾਈ ਜਾਂਦੀ ਸੀ, ਹਿਊਮਨ ਚੇਨ ਹੁੰਦੀ ਸੀ ਲੇਬਰ ਦੀ, ਅਤੇ ਫਿਰ ਉਹ ਉਹਨਾਂ ਕੋਲ ਤਸਲੇ ਹੁੰਦੇ, ਉਹ ਇੱਦਾਂ ਉਹਨੂੰ ਲਿਫਟ ਕਰ ਕਰਕੇ ਸਾਰਾ ਭੇਜਦੇ, ਮਟੀਰੀਅਲ ਇੱਦਾਂ ਭੇਜਿਆ ਜਾਂਦਾ ਸੀ। ਗੁਰਦੁਆਰਿਆਂ ਵਿੱਚ ਸੇਵਾ ਚੱਲਦੀ, ਤੁਸੀਂ ਵੇਖੀ ਹੋਣੀ ਆ। ਅੱਜ ਕੱਲ੍ਹ ਵੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਇੱਦਾਂ ਹੈਂਡ ਟੂ ਹੈਂਡ ਕੰਮ ਕੀਤਾ ਜਾਂਦਾ ਆ, ਹੈ ਨਾ। ਉਹ ਇੱਕ ਕੜੀ ਬਣੀ ਹੁੰਦੀ ਆ, ਇੱਕ ਕੜੀ, ਅਤੇ ਉਹ ਸਾਰੇ ਇੱਕ ਦੂਜੇ ਨਾਲ ਕਨੈਕਟਡ ਹੁੰਦੇ ਆ। ਉਹਨਾਂ 'ਚੋਂ ਜੇ ਇੱਕ ਮਿਸ ਹੋ ਜਾਏ, ਇੱਕ ਇਹ ਸਮਝ ਲਏ ਵੀ ਲੈ ਮੇਰਾ ਕਿਹੜਾ ਇੱਥੇ ਕੋਈ ਕੰਮ ਹੈ ਅਤੇ ਮੈਂ ਇਸ ਕੜੀ 'ਚੋਂ ਨਿਕਲ ਜਾਂਦਾ, ਫਿਰ ਉਹਦੇ ਇੱਕ ਦੇ ਨਿਕਲਣ ਦੇ ਨਾਲ ਸਾਰੀ ਚੇਨ ਡਿਸਟਰਬ ਹੋ ਜਾਣੀ ਆ। ਜੇ ਸਾਰੇ ਇਹ ਸਮਝਣ ਵੀ ਅਸੀਂ ਸਾਰੇ ਹੀ ਇਸ ਪ੍ਰੋਸੈਸ ਦਾ ਪਾਰਟ ਹਾਂ, ਜੇ ਇੱਕ ਵੀ ਇਹਦੇ ਵਿੱਚੋਂ ਨਿਕਲ ਗਿਆ, ਆਪਣੀ ਜ਼ਿੰਮੇਵਾਰੀ ਛੱਡ ਕੇ ਚਲਾ ਗਿਆ, ਤੇ ਸਾਰੇ ਦਾ ਸਾਰਾ ਕੰਮ ਡਿਸਟਰਬ ਹੋ ਜਾਣਾ। ਸਾਰੇ ਇਹ ਸਮਝਣਾ ਪੈਣਾ। ਜਦੋਂ ਇਹ ਸਮਝਿਆ ਜਾਏਗਾ, ਫਿਰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੋਏਗਾ, ਤੇ ਜਦੋਂ ਜ਼ਿੰਮੇਵਾਰੀ ਦਾ ਅਹਿਸਾਸ ਹੋਏਗਾ, ਫਿਰ ਆਪਣੇ ਫਰਜ਼ਾਂ ਤੋਂ ਭੱਜਿਆ ਨਹੀਂ ਜਾਏਗਾ, ਦੌੜਿਆ ਨਹੀਂ ਜਾਏਗਾ। ਇਸ ਲਈ ਗੁਰੂ ਸਾਹਿਬ ਕਹਿਣ ਲੱਗੇ, ਵੇਦ ਪੁਰਾਣ ਸਾਧ ਮਗ ਸੁਣ ਕਰ। ਸੁਣ ਤਾਂ ਲੈਂਦੇ ਆ ਲੋਕੀ, ਨਿਮਖ ਨਾ ਹਰ ਗੁਣ ਗਾਵੇ, ਪਰ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੀ ਨਹੀਂ ਹੁੰਦਾ। ਇੱਕ ਨਿਮਖ ਵਾਸਤੇ ਵੀ ਉਹ ਸੱਚੇ ਮਨੋਂ ਸੱਚੇ ਦਿਲੋਂ ਪਰਮੇਸ਼ਰ ਦੇ ਗੁਣ ਗਾਉਣ ਵਾਸਤੇ ਤਿਆਰ ਨਹੀਂ ਹੋ ਪਾਉਂਦੇ। ਕਿਉਂ? ਕਿਉਂਕਿ ਉਹ ਜਿਹੜੀ ਸ਼ਿੱਦਤ ਨਾਲ, ਜਿਹੜੀ ਜ਼ਿੰਮੇਵਾਰੀ ਨਾਲ ਜੁੜਨਾ ਸੀ, ਉਹ ਜ਼ਿੰਮੇਵਾਰੀ ਦਾ ਅਹਿਸਾਸ ਉਹਨਾਂ ਨੂੰ ਹੋ ਨਹੀਂ ਪਾਇਆ। ਕਿਉਂ ਨਹੀਂ ਹੋ ਪਾਇਆ? ਕਿਉਂਕਿ ਉਹਨਾਂ ਨੇ ਸਮਝਿਆ ਕਿਸੇ ਹੋਰ ਰੂਪ ਦੇ ਵਿੱਚ, ਜਾਂ ਫਿਰ ਸਮਝਾਇਆ ਕਿਸੇ ਹੋਰ ਰੂਪ 'ਚ ਗਿਆ, ਉਹਨਾਂ ਨੂੰ ਕਿਸੇ ਹੋਰ ਰੂਪ 'ਚ, ਕਿਸੇ ਹੋਰ ਅਰਥਾਂ ਵਿੱਚ ਉਹਨਾਂ ਨੂੰ ਦੱਸਿਆ ਗਿਆ। ਇਸ ਲਈ ਨਿਮਖ ਨਾ ਹਰ ਗੁਣ ਗਾਵੇ। ਨਿਮਖ ਮਾਤਰ ਵੀ ਬਹੁਤੇ ਲੋਕ ਰੱਬ ਨਾਲ ਜੁੜਨ ਦੀ ਜਾਂਚ ਉਹਨਾਂ ਨੂੰ ਨਹੀਂ ਆ ਸਕਦੀ ਹੁੰਦੀ। ਅੱਗੇ ਹੈ ਜੀ, ਦੁਰਲਭ ਦੇਹ ਪਾਏ ਮਾਨਸ ਕੀ, ਦੇਹੀ ਮਿਲੀ ਤਾਂ ਮਨੁੱਖਾਂ ਦੀ ਸੀ, ਸਰੀਰ ਤੇ ਮਨੁੱਖਾਂ ਵਾਲਾ ਸੀ, ਬਿਰਥਾ ਜਨਮ ਸਿਰਾਵੈ, ਪਰ ਇਹਨੇ ਆਪਣਾ ਜਨਮ ਸਾਰਾ ਬਿਅਰਥ ਹੀ ਗਵਾ ਦਿੱਤਾ ਪਸ਼ੂਆਂ ਵਾਂਗ। ਦੇਹੀ ਤਾਂ ਮਨੁੱਖਾਂ ਵਾਲੀ ਆ, ਸਰੀਰ ਤੇ ਮਨੁੱਖਾਂ ਵਾਲਾ, ਚਮੜੀ ਤੇ ਮਨੁੱਖਾਂ ਵਾਲੀ ਆ, ਪਰ ਕਿਉਂਕਿ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ, ਆਪਣੇ ਫਰਜ਼ ਨਹੀਂ ਪਛਾਣੇ, ਤੇ ਉਹਨਾਂ ਨੂੰ ਨਾ ਪਛਾਣਨ ਕਰਕੇ ਉਹਨਾਂ ਤੋਂ ਭਗੌੜਾ ਹੋ ਕੇ ਜਨਮ ਜੀਵਨ ਆਪਣਾ ਬੇਅਰਥ ਗਵਾ ਲਿਆ, ਜਿਹਦਾ ਕੋਈ ਅਰਥ ਨਹੀਂ ਨਿਕਲ ਪਾਇਆ। ਕਿਸੇ ਪੱਖ ਤੋਂ ਇਹਦਾ ਕੋਈ ਅਰਥ ਨਹੀਂ ਨਿਕਲ ਪਾਇਆ। ਮਾਇਆ ਮੋਹ ਮਹਾ ਸੰਕਟ ਬਨ, ਤਾਸਿਉ ਰੁਚ ਉਪਜਾਵੈ। ਮਾਇਆ ਮੋਹ ਮਹਾ ਸੰਕਟ, ਭਾਈ ਆ ਮਾਇਆ ਦਾ ਮੋਹ ਜਿਹੜਾ ਮਹਾ ਸੰਕਟ ਬਣ ਜਾਂਦਾ ਆ, ਜਿਹਨੇ ਮਹਾ ਸੰਕਟ ਬਣ ਜਾਣਾ ਸਾਡੀ ਜ਼ਿੰਦਗੀ ਲਈ, ਜਿਹਨੇ ਬਹੁਤ ਵੱਡਾ ਇੱਕ ਸੰਕਟ ਬਣ ਜਾਣਾ, ਤਾਸਿਉ ਰੁਚ ਉਪਜਾਵੈ, ਉਸ ਦੇ ਨਾਲ ਇਸ ਦੀ ਰੁਚੀ ਪੈਦਾ ਹੋ ਜਾਂਦੀ, ਮਾਇਆ ਦੇ ਮੋਹ ਨਾਲ। ਉਹ ਕਿਸੇ ਵੀ ਖੇਤਰ 'ਚ ਹੋ ਸਕਦਾ, ਕਾਰੋਬਾਰੀ ਖੇਤਰ 'ਚ ਵੀ ਹੋ ਸਕਦਾ, ਵਪਾਰੀ ਖੇਤਰ 'ਚ ਵੀ ਹੋ ਸਕਦਾ, ਧਰਮ ਦੇ ਖੇਤਰ 'ਚ ਵੀ ਹੋ ਸਕਦਾ। ਬੜੇ ਲੋਕੀ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਆਪਾਂ ਨੂੰ ਪ੍ਰਾਪਤ ਹੁੰਦੇ ਆ। ਤੁਸੀਂ ਆਪਣੇ ਆਲੇ ਦੁਆਲੇ ਵੇਖ ਸਕਦੇ ਹੋ, ਮਾਇਆ ਦੇ ਮੋਹ ਵਿੱਚ ਫਸੇ ਹੋਏ, ਕਿਉਂਕਿ ਮਾਇਆ ਦਾ ਰੂਪ ਇੱਕ ਨਹੀਂ ਆ, ਮਾਇਆ ਦੇ ਰੂਪ ਬਹੁਤੇ ਨੇ। ਇਸ ਲਈ ਅਨੇਕਾਂ ਰੂਪਾਂ 'ਚ ਫਸੇ ਹੋਏ ਆਪਣੇ ਆਲੇ ਦੁਆਲੇ ਆਪ ਜੀ ਨੂੰ ਮਾਇਆ ਦੇ ਮੋਹ ਵਿੱਚ ਫਸੇ ਹੋਏ ਮਿਲ ਜਾਣੇ ਆ, ਜਿਹੜੇ ਬੁਰੀ ਤਰ੍ਹਾਂ ਫਸੇ ਪਏ ਨੇ ਮਾਇਆ ਦੇ ਮੋਹ 'ਚ। ਵੀ ਜੇ ਆ ਪਦਵੀ ਮੇਰੇ ਕੋਲ ਚਲੀ ਗਈ ਤੇ ਮੇਰੇ ਕੋਲੇ ਕੀ ਰਹਿ ਗਿਆ, ਮੇਰਾ ਜਿਉਣਾ ਕੀ ਰਹਿ ਗਿਆ। ਲੈ ਦੇਖੋ, ਉਹਨਾਂ ਨੂੰ ਕੋਈ ਦੱਸਣ ਵਾਲਾ ਹੋਵੇ, ਭਲੇ ਜਦੋਂ ਹੈ ਨਹੀਂ ਸੀ ਤੇਰੇ ਕੋਲ, ਉਦੋਂ ਵੀ ਤੇ ਤੂੰ ਹੈ ਸੀ, ਉਦੋਂ ਵੀ ਤੇ ਜਿਉ ਰਿਹਾ ਸੀ, ਤੇ ਜੇ ਹੁਣ ਨਹੀਂ ਹੋਏਗੀ ਤੇ ਫਿਰ ਕੀ ਹੋ ਜਾਏਗਾ।
ਤੈਨੂੰ ਜਿੰਨਾ ਸਮਾਂ ਮਿਲਿਆ, ਜ਼ਿੰਮੇਵਾਰੀ ਜਿੰਨੀ ਮਿਲੀ, ਤੂੰ ਉਨੀ ਨਿਭਾ ਲਈ ਤੇ ਖੁਸ਼ ਰਹੇ ਇਹਦੇ ਵਿੱਚ। ਪਰ ਕੀ ਹੋਇਆ ਜੀ, ਉਸ ਦੇ ਨਾਲ ਇਸ ਦੀ ਰੁਚੀ ਜੁੜ ਗਈ ਤੇ ਹੁਣ ਉਹਨੂੰ ਛੱਡਣ ਲਈ ਤਿਆਰ ਨਹੀਂ ਆ। ਅੱਗੇ ਦੱਸਦੇ ਨੇ, ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਉ ਨੇਹ ਨਾ ਲਾਵੈ। ਰੱਬ ਨੂੰ ਕਿਤੇ ਹੋਰ ਹੀ ਲੱਭਦਾ ਫਿਰਦਾ, ਅਸਲ ਵਿੱਚ ਰੱਬ ਤਾਂ ਅੰਤਰ ਬਾਹਰ ਸਦਾ ਸੰਗ ਪ੍ਰਭ, ਅੰਦਰ ਬਾਹਰ ਸਦਾ ਹੀ ਇਹਦੇ ਨਾਲ ਆ, ਨੇੜੇ ਤੋਂ ਵੀ ਨੇੜੇ ਆ। ਤਾਂ ਸਿਉ ਨੇਹ ਨਾ ਲਾਵੈ, ਤਾਂ ਸਿਉ ਉਸ ਨਾਲ, ਤਾਂ ਨਹੀਂ ਪੜ੍ਹਨਾ, ਤਾਂ ਉਸ ਨਾਲ ਪੜ੍ਹਨਾ ਹੋਣਾ, ਤਾਂ ਯੋਜਕ ਆ। ਤਾਂ ਸਿਉ ਨੇਹ ਨਾ ਲਾਵੈ, ਉਸ ਨਾਲ ਨੇਹ ਨਹੀਂ ਲਾ ਰਿਹਾ, ਜੋ ਸਦਾ ਹੀ ਨਿਕਟ ਆ। ਨਿਕਟ ਖਲੋਏੜਾ ਹਰ ਸੱਜਣ ਸੁਆਮੀ ਮੋਰਾ, ਜੋ ਨਿਕਟ ਆ, ਜੋ ਨੇੜੇ ਆ, ਉਹਦੇ ਨਾਲ ਨੇਹ ਨਹੀਂ ਬਣ ਰਿਹਾ। ਜੋ ਨੇੜੇ ਆ, ਸਮਝੋ ਇਸ ਨੂੰ, ਜੋ ਨੇੜੇ ਆ ਉਹਦੇ ਨਾਲ ਨੇਹ ਨਹੀਂ ਬਣ ਰਿਹਾ। ਜੋ ਆਲੇ ਦੁਆਲੇ ਆ ਇਸ ਦੇ, ਉਹਦੇ ਨਾਲ ਨਹੀਂ ਰੁਚੀ, ਉਹਦੇ ਨਾਲ, ਉਹਦੇ ਪ੍ਰਤੀ ਨਹੀਂ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਹੋ ਰਿਹਾ, ਉਹਦੇ ਨਾਲ ਨਹੀਂ ਜੁੜ ਰਿਹਾ। ਪਰ ਹਾਂ, ਬਾਹਰ ਕਿਸੇ ਹੋਰ ਥਾਂ ਤੇ ਲੱਭਦਾ ਫਿਰਦਾ ਆ, ਹੋਰ ਥਾਂ ਤੇ ਲੱਭਦਾ ਫਿਰਦਾ। ਆਲੇ ਦੁਆਲੇ ਦੇਖ ਲਿਓ ਤੁਸੀਂ ਆਪਣੇ ਝਾਤੀ ਮਾਰ ਕੇ। ਗੁਰੂ ਸਾਹਿਬ ਕਹਿਣ ਲੱਗੇ, ਨਾਨਕ ਮੁਕਤ ਪੰਥ ਮੁਕਤ ਤਾਹੇ ਤੁਮ ਮਾਨੋ, ਜਿਹੇ ਘਟ ਰਾਮ ਸਮਾਵੈ। ਨਾਨਕ ਮੁਕਤ ਤਾਹੇ ਤੁਮ ਮਾਨੋ, ਮੁਕਤ ਭਾਈ ਤੁਸੀਂ ਉਸੇ ਨੂੰ ਇਹ ਮੰਨਿਓ, ਸਮਝਿਓ, ਜਿਹੇ ਘਟ ਰਾਮ ਸਮਾਵੈ, ਜਿਹਦੇ ਮਨ ਵਿੱਚ ਪਰਮੇਸ਼ਰ ਸਮਾ ਜਾਵੇ। ਰੱਬ ਜਿਹਦੇ ਮਨ 'ਚ ਸਮਾ ਜਾਵੇ, ਉਸੇ ਨੂੰ ਤੁਸੀਂ ਮੁਕਤ ਮੰਨੋ। ਉਸ ਤੋਂ ਬਿਨਾਂ ਕੋਈ ਦੂਸਰਾ ਤੁਸੀਂ, ਜਿੱਡਾ ਹੀ ਉਹ ਕਰਮੀ ਹੈਗਾ, ਕਿੰਨੇ ਹੀ ਉਹ ਕਰਮ ਅਭਿਆਸ ਕਰਦਾ, ਬੰਧਨਾਂ 'ਚ ਫਸਿਆ ਹੋਇਆ, ਬੰਧਨਾਂ 'ਚੋਂ ਨਿਕਲ ਨਹੀਂ ਪਾਇਆ। ਕਿਉਂਕਿ ਚੇਤਾ ਰੱਖਣਾ, ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਆ ਬਈ ਗੁਰਮਤ ਦੇ ਵਿੱਚ ਜੀਵਨ ਮੁਕਤੀ ਦਾ ਕੌਨਸੈਪਟ ਆ, ਗੁਰਮਤ ਵਿੱਚ ਮਰਨ ਪਿੱਛੋਂ ਮੁਕਤੀ ਦਾ ਕੌਨਸੈਪਟ ਨਹੀਂ ਹੈਗਾ। ਗੁਰਮਤ ਜਿਉਂਦੇ ਜੀ ਮੁਕਤ ਹੋਣਾ ਮੰਗਦੀ ਆ। ਤੁਸੀਂ ਜਿਉਂਦੇ ਜੀ ਮੁਕਤ ਹੋਵੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਵਿਸ਼ੇ ਵਿਕਾਰਾਂ ਤੋਂ, ਲਾਲਚ ਤੋਂ, ਔਗੁਣਾਂ ਤੋਂ, ਅਗਿਆਨਤਾ ਤੋਂ। ਜਿਉਂਦੇ ਜੀ ਮੁਕਤ ਹੋਣਾ ਇਹਨਾਂ ਚੀਜ਼ਾਂ ਤੋਂ। ਮਰਨ ਤੋਂ ਪਿੱਛੋਂ ਮੁਕਤੀ ਕਿਹਨੇ ਲਿਖੀ ਹੈ? ਮਰਨ ਮੁਕਤ ਕਿਨ ਪਾਈ? ਗੁਰਬਾਣੀ ਨੇ ਸਵਾਲ ਵੀ ਕੀਤਾ, ਮੂਏ ਹੋਏ ਮੁਕਤ ਜੋ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਗੁਰਬਾਣੀ ਦਾ ਸਵਾਲ। ਸੋ ਇਸ ਲਈ ਮੁਕਤ ਤਾਹਿ ਤੁਮ ਮਾਨੋ, ਮੁਕਤ ਤੁਸੀਂ ਉਸੇ ਨੂੰ ਮੰਨੋ ਭਾਈ, ਜਿਹੇ ਘਟ ਰਾਮ ਸਮਾਵੈ, ਜਿਹਦੇ ਘਾਟ ਵਿੱਚ, ਮਨ ਵਿੱਚ, ਘਟ ਦਾ ਅਰਥ ਮਨ, ਮਨ ਵਿੱਚ ਸਰਬ ਵਿਆਪਕ ਈਸ਼ਵਰ ਸਮਾ ਗਿਆ। ਜਿਹਨੂੰ ਜਾਂਚ ਆ ਗਈ, ਭੁੱਲਿਓ ਮਨ ਸਮਝਾਵੇ, ਜਿਹਨੇ ਭੁੱਲੇ ਹੋਏ ਮਨ ਨੂੰ ਸਮਝਾ ਲਿਆ, ਗੁਰੂ ਤੋਂ ਸੇਧ ਲੈ ਕੇ ਜੋ ਸਹੀ ਰਸਤੇ ਉੱਪਰ ਤੁਰ ਪਿਆ, ਜਿਹਨੂੰ ਸਹੀ ਡਾਇਰੈਕਸ਼ਨ ਮਿਲ ਗਈ, ਹੁਣ ਅੱਗੇ ਚੱਲੀ ਜਾ ਰਿਹਾ, ਅੱਗੇ ਵਧੀ ਜਾ ਰਿਹਾ ਤੇ ਪ੍ਰਾਪਤੀਆਂ ਕਰੀ ਜਾ ਰਿਹਾ। ਬਸ ਉਹ ਤੇ ਇੱਕ ਵਾਰ ਹੁੰਦਾ ਨਾ, ਕੋਚ ਦਾ ਕੰਮ ਹੁੰਦਾ ਇੱਕ ਵਾਰ ਕੋਚਿੰਗ ਦੇਣੀ। ਕੋਚ ਹਰ ਥਾਂ ਤੇ ਨਾਲ ਥੋੜ੍ਹੀ ਹੁੰਦਾ, ਟੀਚਰ ਤੇ ਇੱਕ ਵਾਰ ਪੜ੍ਹਾ ਦਿੰਦਾ ਤੇ ਬੱਚਾ ਜਦੋਂ ਪਾਸ ਹੋ ਜਾਂਦਾ ਹੈ ਨਾ, MBBS ਕਰਾ ਦਿੱਤੀ ਟੀਚਰਾਂ ਨੇ, MS ਕਰਾ ਦਿੱਤੀ, ਉਹਨੂੰ ਉਹਦੀ ਟ੍ਰੇਨਿੰਗ ਕਰਵਾ ਦਿੱਤੀ ਸਰਜਰੀ ਦੀ, ਇੱਕ ਦੋ ਸਰਜਰੀਆਂ ਉਹਨੂੰ ਉਹਦੇ ਨਾਲ ਖੜੋ ਕੇ ਕਰਵਾ ਦਿੱਤੀਆਂ। ਹੁਣ ਮੁੜ ਕੇ ਸਾਰੀ ਉਮਰ ਉਹਨੇ ਸਰਜਰੀ ਕਰਨੀ ਆ, ਬੋਡੀ ਦੇ ਵੱਖ-ਵੱਖ ਪਾਰਟਸ ਦੀ ਕਰਨੀ ਆ। ਹੁਣ ਥੋੜ੍ਹੀ ਉਹਦੇ ਜਿਹੜੇ ਕੋਚ ਹੈਗੇ ਆ ਉਹਦੇ ਨਾਲ ਨੇ, ਹੁਣ ਤੇ ਉਹ ਜਾਂਚ ਆ ਗਈ ਤੇ ਹੁਣ ਉਹ ਜਿਹੋ ਜਿਹੀ ਵੀ ਸਰਜਰੀ ਆ ਤੇ ਉਹ ਕਰ ਲੈਂਦਾ, ਕਿਉਂ ਇੱਕ ਟੈਕਨੀਕ ਸੀ ਉਹ ਮਿਲ ਗਈ, ਇੱਕ ਅਗਵਾਈ ਸੀ ਉਹ ਅਗਵਾਈ ਮਿਲ ਗਈ। ਅਗਵਾਈ ਲੈ ਕੇ ਉਹ ਚੱਲ ਪਿਆ। ਪਲੇਅਰ ਨੇ ਕੋਚਿੰਗ ਲੈ ਲਈ, ਖਿਡਾਰੀ ਨੇ ਕੋਚਿੰਗ ਲੈ ਲਈ। ਹੁਣ ਕੋਚ ਥੋੜ੍ਹੀ ਉਹਦੇ ਨਾਲ ਰਿੰਗ 'ਚ ਜਾਂਦਾ, ਕੋਚ ਥੋੜ੍ਹੀ ਉਹਦੇ ਨਾਲ ਗਰਾਊਂਡ 'ਚ ਜਾਂਦਾ ਨਾ, ਕੋਚ ਤਾਂ ਬਾਹਰ ਬੈਠ ਜਾਂਦਾ ਵੀ ਹੁਣ ਤੇਰੀ ਵਾਰੀ ਹੈ ਭਰਾਵਾ, ਮੈਂ ਤਾਂ ਤੈਨੂੰ ਕੋਚਿੰਗ ਦੇਣੀ ਸੀ ਉਹ ਦੇ ਦਿੱਤੀ। ਗੁਰੂ ਸਾਹਿਬ ਨੇ ਸਿੱਖਿਆ ਦੇਣੀ ਆ, ਜ਼ਿੰਦਗੀ ਦੇ ਪਿੜ ਵਿੱਚ ਤੈਨੂੰ ਆਪ ਜੂਝਣਾ ਪੈਣਾ। ਜ਼ਿੰਦਗੀ ਤੇਰੀ ਆ, ਪਿੜ ਤੇਰਾ ਆ, ਸਮੱਸਿਆਵਾਂ ਤੇਰੀਆਂ ਨੇ, ਦੁੱਖ ਸੁੱਖ ਤੇਰੇ ਨੇ। ਗੁਰੂ ਸਾਹਿਬ ਨੇ ਅਗਵਾਈ ਦੇ ਦਿੱਤੀ ਤੇ ਹੁਣ ਗੁਰੂ ਸਾਹਿਬ ਤੋਂ ਸੇਧ ਲੈ ਕੇ ਮੈਂ ਗੁਰ ਮਿਲ ਉੱਚ ਦਮਾਲੜਾ, ਇੱਥੇ ਤੱਕ ਪੁੱਜਣਾ ਅਸੀਂ। ਸਮੱਸਿਆਵਾਂ ਨਾਲ ਨਜਿੱਠਣਾ ਸਾਨੂੰ ਪੈਣਾ ਆ, ਗੁਰੂ ਸਾਹਿਬ ਦੇ ਦੱਸੇ ਹੋਏ ਰਾਹ ਤੋਂ ਸੇਧ ਲੈ ਕੇ। ਸੋ ਇਸ ਲਈ ਭੁੱਲਿਓ ਮਨ ਸਮਝਾਵੇ ਦੀ ਸਾਨੂੰ ਜਾਂਚ ਆਵੇ। ਖੈਰ ਆਪਾਂ ਇਸ ਹਿੱਸੇ ਨੂੰ ਇੱਥੇ ਸਮਾਪਤ ਕਰਦੇ ਹਾਂ। ਅਗਲਾ ਹਿੱਸਾ 7 ਨੰਬਰ ਸ਼ਬਦ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਦੇ ਹਾਂ। ਜੁੜੇ ਰਹੋ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਟਰੁੱਖਾਂ ਦੇ ਉੱਪਰ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।